Good morning, students. Now we will discuss the seventh topic of fourth chapter. आज ਆਪਾਂ fourth chapter ਦਾ seventh topic discuss ਕਰਨਾ ਜੋ ਹੈਗਾ limitations ਜਾਂ exceptions to law of demand ਜਿਹਨੂੰ ਮੰਗ ਦੇ ਨਿਯਮ ਦੀਆਂ ਛੋਟਾਂ ਵੀ ਕਿਹਾ ਜਾਂਦਾ। ਹੁਣ ਆਪਾਂ ਪਹਿਲਾਂ ਪੜ੍ਹਿਆ ਕਿ ਮੰਗ ਦਾ ਨਿਯਮ ਕਿੱਥੇ ਕਿੱਥੇ ਲਾਗੂ ਹੁੰਦਾ। ਠੀਕ ਹੈ, ਹੁਣ ਅੱਜ ਆਪਾਂ ਉਹਦੇ ਅਪਵਾਦ ਪੜ੍ਹਨੇ ਆ ਵੀ ਕਿੱਥੇ ਕਿੱਥੇ ਜਿਹੜਾ law of demand ਆ ਉਹ ਲਿਮਟਡ ਹੋ ਜਾਂਦਾ, ਮਤਲਬ ਉਹ ਲਾਗੂ ਨਹੀਂ ਹੁੰਦਾ। ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਜਿਹਦੇ ਉੱਤੇ ਜਿਹੜਾ ਮੰਗ ਦਾ ਨਿਯਮ ਆ ਉਹ ਲਾਗੂ ਨਹੀਂ ਹੁੰਦਾ। ਦੇਖੋ, ਜਨਰਲੀ ਦਾ ਡਿਮਾਂਡ ਕਰਵ ਸਲੋਪਸ ਡਾਊਨਵਰਡਸ ਫਰੋਮ ਲੈਫਟ ਟੂ ਰਾਈਟ, ਬਟ ਦੇਅਰ ਆਰ ਸਮ ਕਮੋਡਿਟੀਜ਼ whose demand increase when their price rise and decrease when price falls। ਠੀਕ ਹੈ, ਕਹਿੰਦੇ ਆਪਾਂ ਆਮ ਪੜ੍ਹਿਆ ਜਨਰਲੀ ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ ਵੀ ਮੰਗ ਦਾ ਨਿਯਮ ਕੀ ਹੁੰਦਾ। ਆਪਾਂ ਪੜ੍ਹਿਆ ਕਿ ਮੰਗ ਦਾ ਨਿਯਮ ਹੁੰਦਾ ਕਿ ਜਿੱਥੇ ਕੀ ਆ ਪ੍ਰਾਈਜ਼ ਵੱਧ ਗਿਆ ਡਿਮਾਂਡ ਘੱਟ ਜੂਗੀ, ਅਤੇ ਜਿਹੜਾ ਪ੍ਰਾਈਜ਼ ਘੱਟ ਗਿਆ ਅਤੇ ਡਿਮਾਂਡ ਵੱਧ ਜੂਗੀ, ਇਹ ਕੀ ਆ ਲਾਅ ਆਫ ਡਿਮਾਂਡ। ਪਰ ਕਈ ਵਾਰ ਹੁੰਦਾ ਕਿ ਜਿਹੜੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਇਹੋ ਜਿਹੀਆਂ ਕਮੋਡਿਟੀਜ਼ ਹੁੰਦੀਆਂ ਜਿਨ੍ਹਾਂ 'ਤੇ ਇਹ ਨਿਯਮ ਲਾਗੂ ਨਹੀਂ ਹੁੰਦਾ, ਉਹਦੇ ਵਿੱਚ ਕੀ ਹੁੰਦਾ, ਕਹਿੰਦੇ ਜਦੋਂ ਪ੍ਰਾਈਜ਼ ਵੱਧਦਾ ਅਤੇ ਡਿਮਾਂਡ ਵੱਧ ਜਾਂਦੀ ਹੈ, ਜਦੋਂ ਪ੍ਰਾਈਜ਼ ਘੱਟਦਾ ਤਾਂ ਜਿਹੜਾ ਉਹਦੀ ਡਿਮਾਂਡ ਆ ਉਹ ਘੱਟ ਜਾਂਦੀ ਆ। ਦੇਖੋ ਇਹ ਜਿਹੀਆਂ ਕਿਹੜੀਆਂ ਚੀਜ਼ਾਂ ਅੱਜ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਜੋ ਇਹਦੇ ਅਪਵਾਦ ਵੱਲੋਂ ਵੀ ਜਾਣੀਆਂ ਜਾਂਦੀਆਂ। ਦੇਖੋ ਇੱਦਾਂ ਦੀ ਆਪਾਂ ਪੜ੍ਹਿਆ ਵੀ ਜਿਹੜੀ ਡਿਮਾਂਡ ਕਰਵ ਆ, ਲਾਅ ਆਫ ਡਿਮਾਂਡ ਦੀ ਕਰਵ ਆ, ਠੀਕ ਹੈ, ਡਿਮਾਂਡ ਕਰਵ ਆ ਉਹ ਨੀਚੇ ਨੂੰ ਜਾਂਦੀ ਹੈ। ਠੀਕ ਹੈ, ਨੈਗੇਟਿਵ ਸਲੋਪਡ ਹੁੰਦੀ ਆ। ਪਰ ਇਹ ਵਾਲੀ ਡਿਮਾਂਡ, ਇਹ ਵਾਲੀਆਂ ਚੀਜ਼ਾਂ ਦੀ, ਇਹ ਵਾਲੀ ਕਮੋਡਿਟੀਜ਼ ਦੀ ਜਿਹੜੀ ਕਰਵ ਆ ਇਹ ਉੱਪਰ ਨੂੰ ਜਾਂਦੀ ਆ। ਕਿਉਂ ਉੱਪਰ ਨੂੰ ਜਾਂਦੀ ਹੈ? ਕਿਉਂਕਿ ਜਦੋਂ ਇਹਨਾਂ ਦਾ ਪ੍ਰਾਈਜ਼ ਵੱਧ ਜਾਂਦਾ ਇਹਨਾਂ ਦੀ ਡਿਮਾਂਡ ਵੀ ਵੱਧ ਜਾਂਦੀ ਹੈ, ਜਦੋਂ ਪ੍ਰਾਈਜ਼ ਘੱਟ ਜਾਂਦਾ ਤੇ ਉਹਨਾਂ ਦੀ ਡਿਮਾਂਡ ਜਿਹੜੀ ਉਹ ਘੱਟ ਜਾਂਦੀ। ਤਾਂ ਕਰਕੇ ਕੀ ਆ ਵੀ ਜਿਹੜਾ ਇਹਦਾ ਡਿਮਾਂਡ ਕਰਵ ਆ ਇਹ ਉੱਪਰ ਨੂੰ ਜਾਂਦੀ ਹੈ। ਠੀਕ ਹੈ, ਇਹਨੂੰ ਹੀ ਕੀ ਕਿਹਾ ਜਾਂਦਾ, ਐਕਸੈਪਸ਼ਨਸ ਜਾਂ ਇਹਨੂੰ ਲਿਮਿਟੇਸ਼ਨਸ ਕਿਹਾ ਜਾਂਦਾ। ਠੀਕ ਹੈ, ਇਹਨਾਂ ਨੂੰ ਮੰਗ ਦੇ ਨਿਯਮ ਦੇ ਅਪਵਾਦ ਵੀ ਕਿਹਾ ਜਾਂਦਾ। ਸੋ ਇਨ ਸੱਚ ਕੇਸਿਸ ਲਾਅ ਆਫ ਡਿਮਾਂਡ ਡਜ਼ ਨਾਟ ਅਪਲਾਈ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਡਿਮਾਂਡ ਜਿਹੜਾ ਲਾਅ ਆਫ ਡਿਮਾਂਡ ਹੈ ਇਹਨਾਂ ਕੇਸਿਸ 'ਤੇ ਕੀ ਆ ਲਾਗੂ ਹੁੰਦਾ। ਪਰ ਕਹਿੰਦੇ ਜਿਹੜੀ ਕਮੋਡਿਟੀਜ਼ ਦਾ ਪ੍ਰਾਈਜ਼ ਵਧਣ ਦੇ ਨਾਲ ਡਿਮਾਂਡ ਵੱਧ ਜਾਵੇ, ਪ੍ਰਾਈਜ਼ ਘਟਣ ਦੇ ਨਾਲ ਡਿਮਾਂਡ ਘਟ ਜਾਵੇ, ਉਹਨਾਂ ਚੀਜ਼ਾਂ 'ਤੇ ਕੀ ਆ ਲਾਅ ਆਫ ਡਿਮਾਂਡ ਹੈ ਜਿਹੜਾ ਉਹ ਲਾਗੂ ਨਹੀਂ ਹੁੰਦਾ। ਸੋ ਆਪਾਂ ਪੜ੍ਹਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ। ਫਸਟ ਦੇਖੋ, ਆਰਟੀਕਲ ਆਫ ਡਿਸਟਿੰਕਸ਼ਨ ਔਰ ਗੁਡਸ ਆਫ ਡਿਸਪਲੇ। ਕਹਿੰਦੇ ਜਿਹੜੀਆਂ ਦਿਖਾਵੇ ਵਾਲੀਆਂ ਚੀਜ਼ਾਂ ਹੁੰਦੀਆਂ, ਲੋਕ ਦਿਖਾਵਾ ਬਹੁਤ ਜ਼ਿਆਦਾ ਪਸੰਦ ਕਰਦੇ ਆ, ਬਹੁਤ ਸਾਰੇ ਲੋਕ। ਠੀਕ ਹੈ, ਉਹ ਕੀ ਕਰਦੇ ਆ, ਉਹ ਉਦੋਂ ਹੀ ਚੀਜ਼ਾਂ ਖਰੀਦਦੇ ਆ ਜਦੋਂ ਚੀਜ਼ਾਂ ਮਹਿੰਗੀਆਂ ਹੁੰਦੀਆਂ, ਵੀ ਅਸੀਂ ਸੁਸਾਇਟੀ ਦੇ ਵਿੱਚ ਆਪਦਾ ਜਿਹੜਾ ਸਟੇਟਸ ਆ ਉਹ ਸ਼ੋਅ ਕਰਾਂਗੇ। ਠੀਕ ਹੈ, ਵੀ ਆਪਾਂ ਦੂਜਿਆਂ ਨੂੰ ਕਹਾਂਗੇ ਕਿ ਅਸੀਂ ਜਦੋਂ ਮਹਿੰਗੇ ਆ ਸਿਰਫ ਉਦੋਂ ਹੀ ਚੀਜ਼ਾਂ ਖਰੀਦਦੇ ਹਾਂ। ਠੀਕ ਹੈ, ਸਾਡਾ ਸਟੇਟਸ ਆ ਜਿਹੜੀ ਕਮਿਊਨਿਟੀ ਦੇ ਵਿੱਚ, ਤਾਂ ਕਰਕੇ ਉਹ ਦਿਖਾਵੇ ਵਾਲੀਆਂ ਚੀਜ਼ਾਂ ਹੁੰਦੀਆਂ ਜਿੱਥੇ ਇਹ ਕੀ ਆ, ਇਹ ਲਾਅ ਆ ਜਿਹੜਾ ਉਹ ਲਾਗੂ ਨਹੀਂ ਹੁੰਦਾ। ਠੀਕ ਹੈ, ਗੁਡਸ ਆਫ ਡਿਸਟਿੰਕਸ਼ਨ have more demand only if their prices are sufficiently high। ਕੀ ਕਹਿੰਦੇ ਆ, ਕਹਿੰਦੇ ਜਿਹੜੀਆਂ ਦਿਖਾਵੇ ਦੀਆਂ ਵਸਤੂਆਂ ਹੁੰਦੀਆਂ ਉਹ ਉਦੋਂ ਹੀ ਵੱਧ ਡਿਮਾਂਡ ਕੀਤੀਆਂ ਜਾਂਦੀਆਂ ਜਦੋਂ ਉਹਦਾ ਪ੍ਰਾਈਜ਼ ਵੱਧ ਹੁੰਦਾ। ਜਿਵੇਂ ਡਾਇਮੰਡ ਜਵੈਲਰੀਜ਼, ਠੀਕ ਹੈ, ਜਦੋਂ ਇਹਨਾਂ ਦਾ ਪ੍ਰਾਈਜ਼ ਵੱਧ ਹੋਊਗਾ ਕਈ ਲੋਕ ਉਦੋਂ ਹੀ ਜ਼ਿਆਦਾ ਖਰੀਦਦੇ ਆ, ਇਹਨਾਂ ਦੀ ਮੰਗ ਵੀ ਜ਼ਿਆਦਾ ਕਰਦੇ ਆ। ਕੋਸਟਲੀ ਕਲੋਥਸ ਹੁੰਦੇ ਆ, ਮਤਲਬ ਜਿਵੇਂ ਬ੍ਰਾਂਡਡ ਚੀਜ਼ਾਂ, ਬ੍ਰਾਂਡਡ ਕੱਪੜੇ ਹੁੰਦੇ ਆ। ਠੀਕ ਹੈ, ਲੋਕ ਦਿਖਾਵੇ ਦੇ ਲਈ ਕੀ ਆ ਉਦੋਂ ਖਰੀਦਦੇ ਆ ਜਦੋਂ ਜ਼ਿਆਦਾ ਮਹਿੰਗੇ ਹੁੰਦੇ ਆ। ਇਸ ਤੋਂ ਬਿਨਾਂ ਜਿਹੜੇ ਕੋਸਟਲੀ ਕਾਰਪੈਟਸ ਹੁੰਦੇ ਆ, ਮਤਲਬ ਆਪਾਂ ਗਲੀਚੇ ਵਗੈਰਾ ਕਹਿ ਸਕਦੇ ਹਾਂ, ਲੋਕ ਕਹਿ ਦਿੰਦੇ ਆ ਵੀ ਅਸੀਂ ਇੰਨਾ ਮਹਿੰਗਾ ਲੈ ਕੇ ਆਂਦਾ, ਸਿਰਫ ਕਾਹਦੇ ਲਈ, ਦਿਖਾਵੇ ਦੇ ਲਈ। ਤਾਂ ਕਰਕੇ ਉਹਨਾਂ ਚੀਜ਼ਾਂ 'ਤੇ ਇਹ ਨਿਯਮ ਕੀ ਆ ਲਾਗੂ ਨਹੀਂ ਹੁੰਦਾ। ਅੱਗੇ ਕੀ ਹੈ, ਗਿਫਨ ਗੁਡਸ। ਠੀਕ ਹੈ, ਗਿਫਨ ਗੁਡਸ ਕਿਹੜੀਆਂ ਹੁੰਦੀਆਂ, ਜਿਹੜੀਆਂ ਘਟੀਆ ਕੁਆਲਿਟੀ ਦੀਆਂ ਗੁਡਸ ਹੁੰਦੀਆਂ। ਕਹਿੰਦੇ ਜਦੋਂ ਘਟੀਆ ਕੁਆਲਿਟੀ ਦੀਆਂ ਗੁਡਸ, ਜਦੋਂ ਕੀ ਆ ਇਹਦਾ ਜਿਹੜਾ ਇਨਕਮ ਆ ਉਹਦਾ ਇਫੈਕਟ ਨੈਗੇਟਿਵ ਹੁੰਦਾ। ਕਹਿੰਦੇ ਜਦੋਂ ਇਨਕਮ ਵੱਧ ਜਾਂਦੀ ਆ, ਠੀਕ ਹੈ, ਤਾਂ ਉਦੋਂ ਇਹਨਾਂ ਦਾ ਪ੍ਰਾਈਜ਼ ਕੀ ਆ, ਜੇ ਘੱਟ ਹੋਊਗਾ ਤਾਂ ਡਿਮਾਂਡ ਵੀ ਘੱਟ ਹੋਊਗੀ। ਜਦੋਂ ਇਨਕਮ ਵੱਧ ਜਾਂਦੀ ਆ, ਜਦੋਂ ਆਪਣੇ ਕੋਲ ਪੈਸਾ ਜ਼ਿਆਦਾ ਹੋਊਗਾ, ਆਪਾਂ ਕਿਉਂ ਘਟੀਆ ਚੀਜ਼ਾਂ ਖਰੀਦੀਏ। ਠੀਕ ਹੈ, ਫਿਰ ਜਦੋਂ ਇਹਨਾਂ ਦਾ ਪ੍ਰਾਈਜ਼ ਭਲਾਂ ਦੀ ਵੱਧ ਵੀ ਜਾਵੇ, ਆਪਾਂ ਤਾਂ ਵੀ ਵੱਧ ਡਿਮਾਂਡ ਕਰਦੇ ਆ। ਇਹਨਾਂ 'ਤੇ ਕੀ ਹੈ, ਇਹ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ। ਠੀਕ ਹੈ, ਇਹਨਾਂ ਦੀ ਸਲੋਪ ਵੀ ਤਾਂ ਕਰਕੇ ਕੀ ਬਣਦੀ ਆ, ਉੱਪਰ ਨੂੰ ਬਣਦੀ ਹੈ। ਠੀਕ ਹੈ, ਪੋਜ਼ੀਟਿਵ ਸਲੋਪਡ ਬਣਦੀ ਆ। ਇਸ ਤੋਂ ਅੱਗੇ ਫੀਅਰ ਆਫ ਸਟੋਰੇਜ, ਥੋੜਤਾ ਦਾ ਡਰ। ਆਪਾਂ ਪੜ੍ਹਿਆ ਵੀ ਪਹਿਲਾਂ ਆਪਾਂ ਦੇਖਿਆ ਕਿ ਜਦੋਂ ਲੋਕਡਾਊਨ ਹੋਣ ਵਾਲਾ ਸੀ ਉਦੋਂ ਆਪਾਂ ਨੂੰ ਡਰ ਸੀ ਕਿ ਆਪਾਂ ਨੂੰ ਆਹ ਚੀਜ਼ਾਂ ਨਹੀਂ ਮਿਲਣੀਆਂ। ਉਦੋਂ ਦੁਕਾਨਦਾਰ ਕੀ ਸੀ, ਆਪਾਂ ਨੂੰ ਮਹਿੰਗੀਆਂ ਚੀਜ਼ਾਂ ਵੇਚ ਰਹੇ ਸੀ, ਆਪਾਂ ਤਾਂ ਵੀ ਕੀ ਆ ਉਹ ਲੈ ਰਹੇ ਸੀ।
ਠੀਕ ਹੈ। ਆਪਾਂ ਨੂੰ ਡਰ ਸੀਗਾ ਵੀ ਅੱਗੇ ਜਾ ਕੇ ਇਹ ਚੀਜ਼ ਮਿਲੂਗੀ ਜਾਂ ਨਹੀਂ ਮਿਲੂਗੀ। ਇਸ ਅਵਸਥਾ ਦੇ ਵਿੱਚ ਵੀ ਕੀ ਹੁੰਦਾ, ਜਦੋਂ ਕੀ ਕਹਿੰਦੇ ਆ ਜਾਂ ਫਿਰ ਕੰਟਰੀ ਦੇ ਵਿੱਚ ਕਿਸੇ ਲੜਾਈ ਲੱਗਣ ਦਾ ਡਰ ਹੁੰਦਾ ਜਾਂ ਫਿਰ ਇਨਫਲੇਸ਼ਨ ਆਉਣ ਦਾ ਡਰ ਹੁੰਦਾ, ਤਾਂ ਲੋਕ ਕੀ ਕਰਦੇ ਆ, ਜਦੋਂ ਪ੍ਰਾਈਸ ਜ਼ਿਆਦਾ ਹੋਊਗਾ ਤੇ ਚੀਜ਼ਾਂ ਦੀ ਮੰਗ ਵੀ ਜ਼ਿਆਦਾ ਕਰਨਗੇ। ਠੀਕ ਹੈ, ਤਾਂ ਕਰਕੇ ਇਹ ਨਿਯਮ ਕੀ ਆ, ਲਾਅ ਦਾ ਨਿਯਮ ਉੱਥੇ ਅਪਵਾਦ ਇਹਨਾਂ ਦਾ ਹੋ ਜਾਂਦਾ। ਇਸ ਤੋਂ ਅੱਗੇ ਕੀ ਆ, ਇਗਨੋਰੈਂਸ ਆਫ ਕੰਜ਼ਿਊਮਰ, ਭੋਗਤਾ ਦੀ ਅਗਿਆਨਤਾ। ਅਗਿਆਨਤਾ ਹੁੰਦਾ ਮਤਲਬ ਉਹਨਾਂ ਨੂੰ ਪਤਾ ਨਹੀਂ। ਸਮਟਾਈਮਸ ਦਾ ਕੰਜ਼ਿਊਮਰ ਫੀਲ ਦੈਟ, ਕਹਿੰਦੇ ਕਈ ਕੰਜ਼ਿਊਮਰ ਇਹੋ ਜਿਹੇ ਹੁੰਦੇ ਆ, ਉਹ ਫੀਲ ਕਰਦੇ ਆ ਵੀ ਜਿਹੜੀ ਚੀਜ਼ ਸਸਤੀ ਹੋਊਗੀ ਉਹ ਵਧੀਆ ਨਹੀਂ ਹੋਣੀ। ਠੀਕ ਹੈ, ਤੇ ਜਿਹੜੀ ਚੀਜ਼ ਜਿਹੜੀ ਮਹਿੰਗੀ ਆ ਉਹ ਵਧੀਆ ਹੋਊਗੀ। ਠੀਕ ਹੈ, ਇਹ ਸਿਰਫ ਇੱਕ ਤਰ੍ਹਾਂ ਦੀ ਅਗਿਆਨਤਾ ਹੁੰਦੀ ਹੈ, ਉਹਦੇ ਵਿੱਚ ਇਗਨੋਰੈਂਸ ਹੁੰਦੀ ਹੈ, ਉਹਨੂੰ ਪਤਾ ਨਹੀਂ ਹੁੰਦਾ। ਸੋ ਕੀ ਆ, ਡਿਮਾਂਡ ਕਰਵ ਉਹਨਾਂ ਦੀ ਪੋਜ਼ਿਟਿਵ ਬਣ ਜਾਂਦੀ ਹੈ। ਜਦੋਂ ਉਹਨਾਂ ਦਾ ਡਿਮਾਂਡ ਕਿਸੇ ਚੀਜ਼ ਦਾ ਪ੍ਰਾਈਸ ਵਧੂਗਾ ਉਦੋਂ ਹੀ ਉਹ ਉਹਦੀ ਡਿਮਾਂਡ ਵਧਾਉਣਗੇ। ਠੀਕ ਹੈ, ਇਸ ਤਰ੍ਹਾਂ ਕੀ ਆ, ਇਗਨੋਰੈਂਸ ਕਰਕੇ ਵੀ ਇਹ ਪ੍ਰੋਬਲਮ ਆ ਜਾਂਦੀ ਆ। ਇਸ ਤੋਂ ਅੱਗੇ ਦੇਖੋ, ਨੈਸੈਸਿਟੀਜ਼ ਆਫ ਲਾਈਫ, ਜੀਵਨ ਦੀਆਂ ਜ਼ਰੂਰਤਾਂ। ਕਹਿੰਦੇ ਜੀਵਨ ਦੀਆਂ ਕੁਝ ਬੇਸਿਕ ਲੋੜਾਂ ਹੁੰਦੀਆਂ, ਜਿਵੇਂ ਆਪਾਂ ਨੂੰ ਖਾਣ ਲਈ ਕਣਕ ਦਾ ਆਟਾ ਮਤਲਬ ਚਾਹੀਦਾ ਹੁੰਦਾ। ਠੀਕ ਹੈ, ਕਣਕ ਚਾਹੀਦੀ ਹੁੰਦੀ ਹੈ, ਚਾਵਲ ਚਾਹੀਦੇ ਹੁੰਦੇ ਆ, ਮੈਡੀਸਨ ਚਾਹੀਦੀ ਹੁੰਦੀ ਹੈ, ਸਾਲਟ ਵਗੈਰਾ ਜੋ ਹਰੇਕ ਕਿਸੇ ਸਬਜ਼ੀ 'ਤੇ ਪੈਂਦਾ। ਠੀਕ ਹੈ, ਇਹਨਾਂ ਦੀ ਕੀਮਤ ਹੁਣ ਭਾਵੇਂ ਦੀ ਵਧੀ ਜਾਵੇ ਘਟੀ ਜਾਵੇ, ਪਰ ਇਹਨਾਂ ਦੀ ਡਿਮਾਂਡ ਆ ਜਿਹੜੀ ਉਹ ਉਨੀ ਹੀ ਰਹਿੰਦੀ ਹੈ। ਮਤਲਬ ਇਹਨਾਂ 'ਤੇ ਮੰਗ ਦਾ ਨਿਯਮ ਲਾਗੂ ਨਹੀਂ ਹੁੰਦਾ, ਕਿਉਂਕਿ ਹੁਣ ਜੇ ਮਹਿੰਗੇ ਹੋ ਗਏ, ਆਪਾਂ ਇਹ ਨਹੀਂ ਹੈਗਾ ਵੀ ਆਪਾਂ ਖਾਣਾ ਛੱਡ ਦਾਂਗੇ। ਠੀਕ ਹੈ, ਆਪਾਂ ਨੂੰ ਖਾਣਾ ਤਾਂ ਪੈਣਾ ਹੈ। ਜੇ ਆਪਾਂ ਬਿਮਾਰ ਹੈ, ਮਹਿੰਗੀਆਂ ਚੀਜ਼ਾਂ ਮਿਲ ਰਹੀਆਂ ਆਪਾਂ ਨੂੰ, ਮਹਿੰਗੀਆਂ ਦਵਾਈਆਂ ਮਿਲ ਰਹੀਆਂ, ਇਹਦਾ ਮਤਲਬ ਇਹ ਨਹੀਂ ਆਪਾਂ ਵੀ ਉਹ ਖਰੀਦਾਂਗੇ ਨਾ। ਠੀਕ ਹੈ, ਆਪਾਂ ਨੂੰ ਚਾਹੀਦੀ ਹੈ ਉਹ। ਤਾਂ ਕਰਕੇ ਜਿਹੜੀਆਂ ਜੀਵਨ ਦੀਆਂ ਜ਼ਰੂਰਤਾਂ ਹੁੰਦੀਆਂ, ਠੀਕ ਹੈ, ਕੁਝ ਖਾਸ ਜ਼ਰੂਰਤਾਂ ਹੁੰਦੀਆਂ, ਜਿਵੇਂ ਸਾਲਟ ਵਗੈਰਾ, ਮੈਡੀਸਨ, ਰਾਈਸ, ਵੀਟ। ਠੀਕ ਹੈ, ਇਹਨਾਂ ਦੀ ਮੰਗ ਕੀ ਆ, ਵੱਧ ਪ੍ਰਾਈਸ ਹੋਣ 'ਤੇ ਵੀ ਜ਼ਿਆਦਾ ਹੋ ਸਕਦੀ ਹੈ। ਇਸ ਤੋਂ ਅੱਗੇ ਚੇਂਜ ਇਨ ਫੈਸ਼ਨ ਦੇ ਵਿੱਚ ਤਬਦੀਲੀ। ਐਨੀ ਪਰਟੀਕੂਲਰ ਕਮੋਡਿਟੀ ਇਜ਼ ਇਨ ਦਾ ਫੈਸ਼ਨ, ਪੀਪਲ ਵਿਲ ਬਾਏ ਮੋਰ ਇਵਨ ਹਾਇਰ ਪ੍ਰਾਈਜ਼। ਕਹਿੰਦੇ ਜਿਹੜੀ ਵੀ ਚੀਜ਼, ਜੇ ਕੋਈ ਫੈਸ਼ਨ ਚੱਲ ਰਿਹਾ ਉਹਦਾ, ਠੀਕ ਹੈ, ਜਿਵੇਂ ਜੀਨਸ ਦਾ ਫੈਸ਼ਨ ਚੱਲ ਰਿਹਾ, ਠੀਕ ਹੈ, ਮਹਿੰਗੇ ਫੋਨਸ ਦਾ ਕੀ ਆ ਫੈਸ਼ਨ ਚੱਲ ਰਿਹਾ। ਸੋ ਉਹਨਾਂ ਨੂੰ ਕੀ ਆ, ਕੰਜ਼ਿਊਮਰ ਜੇ ਉਹਦਾ ਪ੍ਰਾਈਜ਼ ਹਾਈ ਵੀ ਹੋ ਜਾਊਗਾ ਤਾਂ ਵੀ ਖਰੀਦਦੇ ਰਹਿਣਗੇ, ਵੱਧ ਉਹਨਾਂ ਦੀ ਡਿਮਾਂਡ ਕਰਨਗੇ। ਇਸ ਤੋਂ ਬਾਅਦ ਕੀ ਆ, ਚੇਂਜ ਇਨ ਇਨਕਮ ਆਫ ਕੰਜ਼ਿਊਮਰ। ਆਪਾਂ ਨੂੰ ਪਤਾ ਜਿਵੇਂ ਜਿਵੇਂ ਕਿਸੇ ਕੰਜ਼ਿਊਮਰ ਦੀ ਇਨਕਮ ਵਧੀ ਜਾਊਗੀ ਉਵੇਂ ਉਵੇਂ ਉਹਦੀ ਡਿਮਾਂਡ ਵੱਧਦੀ ਜਾਊਗੀ। ਆਪਾਂ ਨੂੰ ਪਤਾ ਜੇ ਆਪਣੀ ਇਨਕਮ ਜੇ ਘੱਟ ਆ ਤੇ ਆਪਾਂ ਡਿਮਾਂਡ ਵੀ ਆਪਣੇ ਆਪ ਘਟਾ ਦਾਂਗੇ। ਸੋ ਇਹਦੇ ਤੇ ਕੀ ਹੈ, ਇਹ ਨਿਯਮ ਲਾਗੂ ਹੁੰਦਾ ਵਾ। ਸੋ ਇਹਦੀ ਜਿਹੜੀ ਕਰਵ ਆ ਉਹ ਵੀ ਪੋਜ਼ਿਟਿਵ ਸਲੋਪਡ ਹੁੰਦੀ ਆ। ਇਸ ਤੋਂ ਅੱਗੇ ਕੀ ਆ, ਅਰਾਈਵਲ ਆਫ ਨਿਊ ਸਬਸਟੀਟਿਊਸ਼ਨ। ਠੀਕ ਹੈ, ਜਿਵੇਂ ਬਾਜ਼ਾਰ ਦੇ ਵਿੱਚ ਨਵੇਂ ਪ੍ਰਤੀਸਥਾਪਨ ਚੀਜ਼ਾਂ ਆਉਣ ਲੱਗ ਜਾਂਦੀਆਂ। ਠੀਕ ਹੈ, ਆਪਾਂ ਦੂਜੇ ਚੀਜ਼ਾਂ ਆਪਾਂ ਉਹਦੀ ਥਾਂ 'ਤੇ ਵਰਤ ਸਕਦੇ ਹਾਂ। ਠੀਕ ਹੈ, ਦੇਖੋ ਹੁਣ ਜੇ ਪੋਲੀਥੀਨ ਕਵਰਸ ਜ਼ਿਆਦਾ ਆਉਣ ਲੱਗ ਗਏ ਬਾਜ਼ਾਰ 'ਚ, ਠੀਕ ਹੈ, ਤਾਂ ਉਹਨਾਂ ਦੀ ਮੰਗ ਜਿਹੜੀ ਆ ਉਹ ਵਧਾ ਦੇਣਗੇ। ਠੀਕ ਹੈ, ਤੇ ਪੇਪਰਸ ਜਿਹੜੇ ਕਵਰਸ ਹੁੰਦੇ ਆ ਉਹਨਾਂ ਦੀ ਕੀਮਤ, ਜਿਹੜੇ ਕਾਗਜ਼ ਦੇ ਬਣੇ ਹੁੰਦੇ ਲਿਫਾਫੇ ਵਗੈਰਾ ਹੁੰਦੇ ਆ, ਠੀਕ ਹੈ, ਉਹਨਾਂ ਦੀ ਮੰਗ ਜਿਹੜੀ ਆ ਉਹ ਘਟਾ ਦੇਣਗੇ। ਭਾਵੇਂ ਕੀ ਆ, ਕਹਿੰਦੇ ਜਿਹੜੇ ਪੇਪਰ ਕਵਰਸ ਦੇ ਪ੍ਰਾਈਜ਼ ਉੱਥੇ ਖੜੇ ਆ, ਪਰ ਫਿਰ ਵੀ ਕੀ ਆ, ਜੇ ਕਹਿੰਦੇ ਬਾਜ਼ਾਰ ਦੇ ਵਿੱਚ ਪੋਲੀਥੀਨ ਆ ਗਏ ਤਾਂ ਲੋਕ ਇਹਨਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਆ, ਤਾਂ ਵੀ ਇਹਨਾਂ ਦੀ ਮੰਗ ਕੀ ਆ, ਵਧੂਗੀ। ਠੀਕ ਹੈ, ਨਵੀਆਂ ਕੀ ਆ ਚੀਜ਼ਾਂ ਆਉਣ ਦੇ ਨਾਲ। ਜੁਆਇੰਟ ਔਰ ਕੰਪਲੀਮੈਂਟਰੀ ਡਿਮਾਂਡਸ। ਹੁਣ ਤੁਹਾਨੂੰ ਪਤਾ ਜੁਆਇੰਟ ਤੇ ਕੰਪਲੀਮੈਂਟਰੀ ਡਿਮਾਂਡ ਕੀ ਹੁੰਦੀ ਹੈ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜੋ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਹੁੰਦੀਆਂ, ਜਿਵੇਂ ਪੈਟਰੋਲ ਐਂਡ ਕਾਰਸ, ਸਕੂਟਰਸ। ਠੀਕ ਹੈ, ਜੇ ਕਹਿੰਦੇ ਡਿਮਾਂਡ ਕਾਰਸ ਦੇ ਸਕੂਟਰ ਦੀ ਜ਼ਿਆਦਾ ਹੋਊਗੀ ਤਾਂ ਡਿਮਾਂਡ ਆਫ ਪੈਟਰੋਲ ਵੀ ਵਧੂਗੀ। ਤਾਂ ਕਰਕੇ ਇਹਦੇ 'ਤੇ ਕੀ ਆ, ਜਿਹੜਾ ਆਹ ਵਾਲਾ ਨਿਯਮ ਨਹੀਂ ਲਾਗੂ ਹੁੰਦਾ। ਠੀਕ ਹੈ, ਵੀ ਪ੍ਰਾਈਸ ਘਟ ਗਿਆ ਤੇ ਜਿਹੜੀ ਮੰਗ ਵੱਧ ਜੂਗੀ, ਇਹਦੇ 'ਤੇ ਆਹ ਵਾਲਾ ਨਿਯਮ ਲਾਗੂ ਹੁੰਦਾ। ਸੋ ਇਹਦਾ ਅਪਵਾਦ ਹੋ ਗਿਆ। ਠੀਕ ਹੈ, ਜੇ ਇਹਦੀ ਕੀਮਤ ਵਧੀ ਆ, ਠੀਕ ਹੈ, ਕਾਰ ਤੇ ਸਕੂਟਰਸ ਦੀ, ਤਾਂ ਜਿਹੜੀ ਉਹ ਪੈਟਰੋਲ ਦੀ ਡਿਮਾਂਡ ਵੀ ਵੱਧ ਜੂਗੀ। ਇਸ ਤੋਂ ਅੱਗੇ ਕੀ ਆ, ਚੇਂਜ ਇਨ ਦਾ ਪ੍ਰਾਈਸ ਆਫ ਸਬਸਟੀਟਿਊਸ਼ਨ। ਕਹਿੰਦੇ ਜੇ ਕੋਈ ਆ ਪ੍ਰਤੀਸਥਾਪਨ ਵਸਤੂਆਂ ਦੀ ਕੀਮਤਾਂ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਵੀ ਕੀ ਆ, ਮੰਗ 'ਤੇ ਅਸਰ ਪੈ ਜਾਂਦਾ। ਦੇਖੋ ਕਹਿੰਦੇ ਜੇ ਕੌਫੀ ਦਾ ਪ੍ਰਾਈਸ ਟੀ ਦੇ ਨਾਲੋਂ ਘੱਟ ਜੂਗਾ, ਠੀਕ ਹੈ, ਤਾਂ ਲੋਕ ਕੀ ਕਰਨਗੇ, ਜਿਹੜੀ ਡਿਮਾਂਡ ਆਫ ਟੀ ਆ ਘੱਟ ਕਰਨ ਲੱਗ ਜਾਣਗੇ, ਕਿਉਂਕਿ ਕੌਫੀ ਸਸਤੀ ਹੋਗੀ। ਭਾਵੇਂ ਕਿ ਜਿਹੜੇ ਟੀ ਦੇ ਪ੍ਰਾਈਸ ਵਿੱਚ ਕੋਈ ਵੀ ਚੇਂਜ ਨਹੀਂ ਆਇਆ, ਫਿਰ ਵੀ ਉਹ ਕੌਫੀ ਨੂੰ ਸਸਤੀ ਦੇਖ ਕੇ ਕੀ ਆ, ਕੌਫੀ ਨੂੰ ਜ਼ਿਆਦਾ ਖਰੀਦਣ ਲੱਗ ਜਾਣਗੇ। It is because people will start taking more coffee as it has now become a cheaper substitute for tea। ਕਹਿੰਦੇ ਇਹ ਕਿਉਂ ਹੁੰਦਾ, ਕਿਉਂਕਿ ਕਹਿੰਦੇ ਵੀ ਜਿਹੜੇ ਲੋਕ ਆ ਉਹ ਜ਼ਿਆਦਾ ਕੌਫੀ ਖਰੀਦਣ ਲੱਗ ਜਾਣਗੇ, ਕਿਉਂਕਿ ਉਹਨਾਂ ਨੂੰ ਕੌਫੀ ਕਿਹੜੀ ਆ, ਸਸਤੀ ਮਿਲ ਰਹੀ ਆ। ਠੀਕ ਹੈ, ਤੇ ਕੌਫੀ ਆ ਜਿਹੜੀ ਟੀ ਨਾਲੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ, ਤਾਂ ਹੀ ਕਰਕੇ ਕਿਹੜੀ ਆ, ਕੌਫੀ ਦੀ ਜਿਹੜੀ ਡਿਮਾਂਡ ਆ ਉਹ ਵਧਾ ਦਿੱਤੀ ਜਾਊਗੀ। ਸੋ ਆਪਣੇ ਇਹ ਪੁਆਇੰਟ ਇੱਥੇ ਖਤਮ ਹੋ ਜਾਂਦੇ ਆ। ਅੱਗੇ ਆਪਾਂ ਇਹਦੀ ਇੰਪੋਰਟੈਂਸ ਕਰਾਂਗੇ। ਦੇਖੋ
ਅੱਗੇ ਦੇਖੋ ਜਿਹੜਾ ਆਪਾਂ ਲਾਅ ਆਫ ਡਿਮਾਂਡ ਪੜ੍ਹਿਆ, ਠੀਕ ਹੈ, ਮੰਗ ਦਾ ਨਿਯਮ ਪੜ੍ਹਿਆ, ਉਹਦੀ ਇੰਪੋਰਟੈਂਸ ਕੀ ਹੈ, ਉਹਦੀ ਮਹੱਤਤਾ ਕੀ ਹੈ, ਠੀਕ ਹੈ, ਕਿਹਦੇ ਲਈ ਇਹ ਮਹੱਤਵਪੂਰਨ ਸਿੱਧ ਹੁੰਦਾ, ਕਿਹਨੂੰ ਇਹਦੇ ਤੋਂ ਹੈਲਪ ਮਿਲਦੀ ਹੈ। ਦੇਖੋ ਇੰਪੋਰਟੈਂਸ ਫॉर ਕੰਜ਼ਿਊਮਰ ਲਈ ਕਿਉਂ ਇੰਪੋਰਟੈਂਟ ਆ ਜਿਹੜਾ ਲਾਅ ਆਫ ਡਿਮਾਂਡ, ਕਿਉਂਕਿ ਉਹਨੂੰ ਪਤਾ ਹੈ, ਕਿਉਂਕਿ ਕੰਜ਼ਿਊਮਰ ਕਹਿੰਦੇ ਲਾਅ ਆਪਾਂ ਨੂੰ ਜਿਹੜਾ ਡਿਮਾਂਡ ਦਾ ਲਾਅ ਆਪਾਂ ਨੂੰ ਦੱਸਦਾ ਕਿ ਜਦੋਂ ਕਿ ਕਿਸੇ ਵਸਤੂ ਦੀ ਕੀਮਤ ਵੱਧ ਜਾਂਦੀ ਆ, ਉਹਦੀ ਜਿਹੜੀ ਕੁਆਂਟੀਟੀ ਡਿਮਾਂਡਡ ਘੱਟ ਜਾਂਦੀ ਹੈ, ਠੀਕ ਹੈ, ਜਦੋਂ ਉਹਦੀ ਡਿਮਾਂਡ ਘੱਟ ਜਾਂਦੀ ਹੈ, ਜੇ ਪ੍ਰਾਈਸ ਤਾਂ ਘੱਟ ਹੈ ਤਾਂ ਡਿਮਾਂਡ ਜਿਹੜੀ ਉਹਦੀ ਵੱਧ ਜਾਂਦੀ ਹੈ। ਸੋ ਕੀ ਆ ਕੰਜ਼ਿਊਮਰ ਕੀ ਚਾਹੁੰਦਾ, ਮੈਕਸਿਮਮ ਸੈਟਿਸਫੈਕਸ਼ਨ, ਸੋ ਉਹਦੀ ਚੀਜ਼ਾਂ ਖਰੀਦਦਾ ਜਦੋਂ ਕਿ ਪ੍ਰਾਈਸ ਘੱਟ ਹੁੰਦਾ। ਸੋ ਇਹਦੇ ਨਾਲ ਕੀ ਆ ਕੰਜ਼ਿਊਮਰ ਨੂੰ ਬਹੁਤ ਜ਼ਿਆਦਾ ਇਹ ਕੀ ਆ ਬਹੁਤ ਹੀ ਮਹੱਤਵਪੂਰਨ ਸਥਾਨ ਉਹਦੇ 'ਤੇ ਕੀ ਹੈ ਰੋਲ ਅਦਾ ਕਰਦਾ, ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇਸ ਤੋਂ ਅੱਗੇ ਇਹ ਪ੍ਰੋਡਿਊਸਰ ਲਈ ਕਿਵੇਂ ਹੈਲਪਫੁਲ ਆ, ਕਿਵੇਂ ਉਹਦੇ ਲਈ ਇੰਪੋਰਟੈਂਸ ਆ, ਮਹੱਤਤਾ ਰੱਖਦਾ। ਦੇਖੋ ਉਤਪਾਦਕ ਮਤਲਬ ਜਿਹੜੇ ਵਸਤੂਆਂ ਨੂੰ ਪ੍ਰੋਡਿਊਸ ਕਰਦੇ ਆ ਉਹਨਾਂ ਨੂੰ ਪ੍ਰੋਡਿਊਸਰਸ ਕਿਹਾ ਜਾਂਦਾ, ਠੀਕ ਹੈ। ਹੁਣ ਦੇਖੋ ਪ੍ਰੋਡਿਊਸਰਸ ਨੂੰ ਪਤਾ ਚੱਲ ਜਾਂਦਾ ਵੀ ਲੋਕ ਉਹਦੀ ਚੀਜ਼ਾਂ ਵੱਧ ਖਰੀਦਦੇ ਆ ਜਦੋਂ ਉਹ ਚੀਜ਼ਾਂ ਸਸਤੀਆਂ ਹੁੰਦੀਆਂ। ਸੋ ਕੀ ਕਰਦੇ ਆ, ਕਹਿੰਦੇ ਉਹ ਮੋਰ ਗੁਡਸ ਕੈਨ ਬੀ ਸੋਲਡ ਬਾਏ ਲੋਅਰਿੰਗ ਦਾ ਪ੍ਰਾਈਸ, ਕਹਿੰਦੇ ਉਹਦੀ ਚੀਜ਼ਾਂ ਵੱਧ ਕੀ ਆ ਵੇਚਦੇ ਆ, ਠੀਕ ਹੈ, ਸੋਲਡ ਕਰਦੇ ਆ ਜਦੋਂ ਉਹਨਾਂ ਦਾ ਪ੍ਰਾਈਸ ਕੀ ਆ ਘੱਟ ਹੁੰਦਾ, ਤਾਂ ਕਿ ਉਹਨਾਂ ਨੂੰ ਕੀ ਆ ਵੱਧ ਤੋਂ ਵੱਧ ਪ੍ਰੋਫਿਟ ਹੋਵੇ, ਠੀਕ ਹੈ। ਇਸ ਤੋਂ ਅੱਗੇ ਕੀ ਆ ਇੰਪੋਰਟੈਂਸ ਫॉर ਫਾਈਨਾਂਸ ਮਿਨਿਸਟਰ, ਵਿੱਤ ਮੰਤਰੀ ਜਿਹੜਾ ਆਪਣੇ ਦੇਸ਼ ਦਾ ਵਿੱਤ ਮੰਤਰੀ ਹੁੰਦਾ ਉਹਦੇ ਲਈ ਵੀ ਇਹ ਮਹੱਤਵਪੂਰਨ ਹੁੰਦੇ ਆ। ਕਿਉਂਕਿ ਜਿਹੜਾ ਫਾਈਨਾਂਸ ਮਿਨਿਸਟਰ ਹੁੰਦਾ ਉਹਨੇ ਟੈਕਸ ਵਗੈਰਾ ਲਾਉਣੇ ਹੁੰਦੇ ਆ, ਠੀਕ ਹੈ। ਸੋ ਕੀ ਕਰੂਗਾ, ਹੀ ਇੰਪੋਜ਼ਸ ਮੋਰ ਟੈਕਸ ਔਨ ਦੂਜ਼ ਗੁਡਸ ਇਨ ਕੇਸ ਆਫ ਵਿਚ ਦਾ ਡਿਮਾਂਡ ਡਜ਼ ਨਾਟ ਚੇਂਜ ਮਚ ਵਿਦ ਦਾ ਚੇਂਜ ਆਫ ਪ੍ਰਾਈਸ, ਕਹਿੰਦੇ ਉਹੀ ਚੀਜ਼ਾਂ ਤੇ ਜ਼ਿਆਦਾ ਕੀ ਆ ਟੈਕਸ ਲਗਾਊਗਾ ਜਿਨ੍ਹਾਂ ਦਾ ਪਤਾ ਹੋਊਗਾ ਵੀ ਪ੍ਰਾਈਸ ਦੇ ਵਿੱਚ ਚੇਂਜ ਆਉਣ ਨਾਲ ਉਹਨਾਂ ਦੀ ਡਿਮਾਂਡ ਤੇ ਘੱਟ ਅਸਰ ਪੈਂਦਾ, ਠੀਕ ਹੈ। ਜਿਨ੍ਹਾਂ ਦਾ ਪ੍ਰਾਈਸ ਨਾਲ ਚੇਂਜ ਆਉਣ ਤੇ ਜਿਹੜੀ ਡਿਮਾਂਡ ਵੱਧ ਚੇਂਜ ਹੋ ਜਾਂਦੀ ਆ ਉਹਨਾਂ ਚੀਜ਼ਾਂ ਤੇ ਕੀ ਆ ਘੱਟ ਟੈਕਸ ਲਗਾਊਗਾ, ਕਿਉਂਕਿ ਲੋਕ ਹੋਰ ਚੀਜ਼ਾਂ ਖਰੀਦਣ ਲੱਗ ਜਾਣਗੇ। ਸੋ ਉਹਨਾਂ ਨੇ ਟੈਕਸ ਉਹਨਾਂ ਚੀਜ਼ਾਂ 'ਤੇ ਹੀ ਲਗਾਉਣੇ ਆ ਫਾਈਨਾਂਸ ਮਿਨਿਸਟਰ ਨੇ ਜਿਨ੍ਹਾਂ ਦਾ ਕੀ ਆ ਜਿਹੜਾ ਡਿਮਾਂਡ 'ਤੇ ਘੱਟ ਚੇਂਜ ਆਉਂਦਾ ਪ੍ਰਾਈਸ 'ਤੇ ਚੇਂਜ ਆਉਣ ਨਾਲ। ਸੋ ਕੀ ਆ ਇਹਦੇ ਨਾਲ ਕੀ ਆ ਜਦੋਂ ਉਹ ਉਹਨਾਂ ਚੀਜ਼ਾਂ 'ਤੇ ਟੈਕਸ ਲਗਾਊਗਾ ਜਿਨ੍ਹਾਂ ਦਾ ਕੀ ਆ ਡਿਮਾਂਡ ਘੱਟ ਚੇਂਜ ਆਉਂਦੀ ਹੈ, ਘੱਟ ਫਰਕ ਪੈਂਦਾ, ਸੋ ਉਹਦੇ ਨਾਲ ਕੀ ਆ ਉਹਨਾਂ ਨੂੰ ਵੱਧ ਟੈਕਸ ਤੋਂ ਇਨਕਮ ਪ੍ਰਾਪਤ ਹੋਊਗੀ। ਇਸ ਤੋਂ ਅੱਗੇ ਕੀ ਆ ਇੰਪੋਰਟੈਂਸ ਫॉर ਪਲੈਨਿੰਗ ਮਤਲਬ ਯੋਜਨਾਬੰਦੀ ਲਈ ਮਹੱਤਵ। ਦੇਖੋ ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਪਲੈਨਿੰਗਸ ਬਣਾਈਆਂ ਜਾਂਦੀਆਂ, ਯੋਜਨਾਵਾਂ ਬਣਾਈਆਂ ਜਾਂਦੀਆਂ, ਠੀਕ ਹੈ। ਉਹਨਾਂ ਲਈ ਕੀ ਹੈ ਇੱਕ ਪਲੈਨਿੰਗ ਕਮਿਸ਼ਨ ਬਣਾਇਆ ਜਾਂਦਾ, ਠੀਕ ਹੈ। ਪਲੈਨਿੰਗ ਕਮਿਸ਼ਨ ਹੁੰਦਾ ਉਹ ਇਹ ਮਾਈਂਡ ਦੇ ਵਿੱਚ ਰੱਖਦਾ, ਠੀਕ ਹੈ, ਵੀ ਡਿਮਾਂਡ ਦਾ ਸਕੈਜੂਅਲ ਕੀ ਆ, ਠੀਕ ਹੈ। ਜੇ ਕੀ ਆ ਪ੍ਰਾਈਸ ਵੱਧ ਘੱਟ ਰਿਹਾ ਤਾਂ ਜਿਹੜੇ ਚੀਜ਼ਾਂ ਦੀ ਡਿਮਾਂਡ ਆ ਉਹ ਕੀ ਆ ਵੱਧ ਰਹੀ ਆ, ਠੀਕ ਹੈ, ਉਹ ਇਹਨਾਂ ਦੀ ਚੀਜ਼ਾਂ ਦਾ ਧਿਆਨ ਰੱਖਦਾ। ਸੋ ਕੀ ਆ it also keeps in mind the effect of change in price on demand, ਸੋ ਇਹ ਵੀ ਧਿਆਨ ਵਿੱਚ ਰੱਖਦਾ ਕਿ ਪ੍ਰਾਈਸ ਵਿੱਚ ਕਿੰਨਾ ਚੇਂਜ ਆਉਣ ਦੇ ਨਾਲ ਕਿੰਨੀ ਡਿਮਾਂਡ ਦੇ ਵਿੱਚ ਚੇਂਜ ਆਉਂਦੀ ਆ, ਤਾਂ ਹੀ ਉਹ ਇਸ ਹਿਸਾਬ ਦੇ ਨਾਲ ਆਪਣੀਆਂ ਪਲੈਨਿੰਗਸ ਬਣਾਉਂਦਾ, ਠੀਕ ਹੈ। ਤਾਂ ਕਰਕੇ ਇਹ ਇੰਪੋਰਟੈਂਟ ਆ ਫॉर ਦਾ ਪਲੈਨਿੰਗ ਕਮਿਸ਼ਨ ਦੇ ਲਈ, ਠੀਕ ਹੈ। ਇਸ ਤੋਂ ਅੱਗੇ ਲਾਸਟ ਪੁਆਇੰਟ ਆ ਵੀ ਇੰਪੋਰਟੈਂਸ ਫॉर ਟਰੇਡਰ ਐਂਡ ਦਾ ਬਿਜ਼ਨਸਮੈਨ, ਜਿਹੜੇ ਬਿਜ਼ਨਸ ਚਲਾ ਰਹੇ ਹੁੰਦੇ ਆ, ਠੀਕ ਹੈ, ਬਿਜ਼ਨਸਮੈਨ ਜਾਂ ਫਿਰ ਵਪਾਰੀ ਹੁੰਦੇ ਆ, ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਆ, ਠੀਕ ਹੈ, ਵਪਾਰੀਆਂ ਦੇ ਲਈ। ਕਿਉਂ ਕਹਿੰਦੇ, ਕਿਉਂਕਿ ਇਹਨਾਂ ਨੂੰ ਜਿਹੜਾ ਲਾਅ ਆਫ ਡਿਮਾਂਡ ਆ ਉਹ ਤੋਂ ਪਤਾ ਚੱਲਦਾ ਕਿ ਮੋਰ ਕੈਨ ਬੀ ਡਿਮਾਂਡਡ ਐਟ ਦਾ ਪ੍ਰਾਈਸ ਲੋ, ਕਹਿੰਦੇ ਜਦੋਂ ਪ੍ਰਾਈਸ ਲੋ ਹੁੰਦਾ ਲੋਕ ਜ਼ਿਆਦਾ ਮੰਗ ਕਰਦੇ ਆ, ਉਹਨਾਂ ਨੂੰ ਵੀ ਲਾਅ ਆਫ ਡਿਮਾਂਡ ਤੋਂ ਹੀ ਪਤਾ ਚੱਲਦਾ, ਠੀਕ ਹੈ। ਸੋ ਕੀ ਆ ਜਿਹੜੇ ਟਰੇਡਰ ਆ ਜਾਂ ਬਿਜ਼ਨਸਮੈਨ ਆ ਉਹ ਕੀ ਆ ਜ਼ਿਆਦਾ ਵੇਚਣਗੇ, ਠੀਕ ਹੈ, ਐਟ ਦਾ ਲੋਅਰ ਪ੍ਰਾਈਸ, ਠੀਕ ਹੈ। ਜ਼ਿਆਦਾ ਜਦੋਂ ਚੀਜ਼ਾਂ ਦਾ ਪ੍ਰਾਈਸ ਲੋ ਹੋਊਗਾ ਤੇ ਜ਼ਿਆਦਾ ਚੀਜ਼ਾਂ ਆਪਣੀਆਂ ਵੇਚਣਗੇ। ਸੋ ਇਹਨਾਂ ਸਾਰਿਆਂ ਨੂੰ, ਠੀਕ ਹੈ, ਜਿਵੇਂ ਟਰੇਡਰ ਹੋ ਗਿਆ, ਬਿਜ਼ਨਸਮੈਨ ਹੋ ਗਿਆ, ਪਲੈਨਿੰਗ ਕਮਿਸ਼ਨ ਹੋ ਗਿਆ, ਫਾਈਨਾਂਸ ਮਿਨਿਸਟਰ ਹੋ ਗਿਆ, ਪ੍ਰੋਡਿਊਸਰ ਹੋ ਗਿਆ, ਕੰਜ਼ਿਊਮਰ ਹੋ ਗਿਆ, ਇਹਨਾਂ ਨੂੰ ਚੀਜ਼ਾਂ ਦੀ ਨੌਲੇਜ ਕਿੱਥੋਂ ਆਉਂਦੀ ਆ ਲਾਅ ਆਫ ਡਿਮਾਂਡ ਤੋਂ। ਸੋ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਇਹ ਟੌਪਿਕ ਆਪਣਾ ਇੱਥੇ ਹੀ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।